सतनाम वाहिगुरु साहिब जी धन वाहिगुरु जी। जो उपजयो सो बिनस है, परो आज कै काल। नानक हर गुण गाए ले, छाड़ सगल जंजाल। चिंता ताकी कीजिए, जो अनहोनी होए। एह मार्ग संसार को, नानक थिर नहीं कोए। परम सन्मानयोग सतगुरु धन धन श्री गुरु ग्रंथ साहिब सच्चे पातशाह जी महाराज, तिन्हां दी पावन पवित्र हजूरी अंदर सुभाएमान गुरु पिता दे चरनां दे नाल साजी अते निवाजी होई साहिब दा सुंदर स्वरूप गुरु खालसा साध संगत जीओ। हजूर दी रब्बी रहमत दे महान पात्र हो। रात्रि वेले दे इन्हां विशेष दीवानां दियां हाजरियां पर भावना और शरधा दे नाल सतगुरु दे चरनां नूं परसिया है। गुरु सवारियां पासों अमृतमयी गुरबाणी दे मनोहर कीर्तन सरवण कीते हन। भली प्रकार आप समूह जन जाणू हो। पिछले समय दे विच पंथ दी मायनाज हस्तियां अति सत्कारयोग पद्म श्री भाई साहब भाई निर्मल सिंह जी खालसा, हजूरी कीर्तनीय सचखंड श्री हरमंदर साहिब, भाई साहब भाई हरनाम सिंह जी श्रीनगर वाले और अति सत्कारयोग सिंह साहिब ज्ञानी सुखजिंदर सिंह जी ग्रंथी सचखंड श्री हरमंदर साहिब, तिन्हां दे अकाल चलाने दे संबंध विच पंथ ने गुरु प्यार नूं गुरु रहमत नूं समझदियां होइयां पंथ ने इस दर्द नूं महसूस कीता है। गुरु नानक नाम लेवा सिख जिथे भी बैठा है, हर एक ने जदों सुनिया, मीडिया राही सुनिया जां किसे राही सुनिया, और हर एक ने ये महसूस किया भी जिवें साडा कोई बहुत नज़दीकी चला गया। भावें ये संसार का एक सदीवी सच है,
ਅੰਮ੍ਰਿਤਮਈ ਬਾਣੀ ਦੇ ਵਿੱਚੋਂ ਅਕਸਰ ਪੜ੍ਹਦੇ ਆ, ਸੁਣਦੇ ਆ ਵੀ ਮੌਤ ਸਦੀਵੀ ਹੈ। ਪਰ ਕੁਝ ਗੁਰਮੁਖ ਰੂਹਾਂ ਦੁਨੀਆ ਤੇ ਐਸਾ ਆਉਂਦੀਆਂ ਔਰ ਚਲੀਆਂ ਜਾਂਦੀਆਂ ਜਿਨ੍ਹਾਂ ਦੀਆਂ ਯਾਦਾਂ, ਜਿਨ੍ਹਾਂ ਦੇ ਬੋਲ, ਜਿਨ੍ਹਾਂ ਦੇ ਜਜ਼ਬਾਤ ਜਿਹੜੇ ਆ ਉਹ ਸਦਾ ਫਿਜ਼ਾ ਦੇ ਵਿੱਚ ਗੂੰਜਦੇ ਰਹਿੰਦੇ ਆ। ਆਪ ਜੀਆਂ ਨੇ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ ਔਰ ਜੋ ਸਮਾਗਮ ਦੀ ਤਬਦੀਲੀ ਹੋਈ ਉਸ ਬਾਰੇ ਵੀ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਦੱਸਿਆ ਹੈ। ਸੋ ਆਓ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪੱਖ ਨੂੰ ਅੰਮ੍ਰਿਤਮਈ ਬਾਣੀ ਵਿੱਚੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲੇ ਗੁਰਮੁਖ ਜਨ, ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਲੋਕ ਗਾਇਨ ਕਰ ਰਹੇ ਸਨ। ਬਿਹਾਗੜੇ ਦੀ ਵਾਰ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਇਹ ਸ਼ਲੋਕ ਉਚਾਰਿਆ ਹੋਇਆ ਔਰ ਇਹਦੇ ਤੋਂ ਪਹਿਲਾਂ ਜਿਹੜਾ ਸ਼ਲੋਕ ਹੈ ਉਹ ਸਤਿਕਾਰਯੋਗ ਭਗਤ ਬਾਬਾ ਕਬੀਰ ਮਹਾਰਾਜ ਦਾ ਹੈ। ਯਾਦ ਰਹੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 15 ਭਗਤ ਜਨਾਂ ਦੀ ਬਾਣੀ ਲੈ ਕੇ ਆਏ। ਉਹ ਬਾਣੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਤੱਕ, ਤੇ ਜਦੋਂ ਪਹਿਲੇ ਔਰ ਦੂਜੇ ਪਾਤਸ਼ਾਹ ਦੀ ਬਾਣੀ, ਭਗਤਾਂ ਦੀ ਬਾਣੀ ਗੁਰੂ ਅਮਰਦਾਸ ਸਾਹਿਬ ਕੋਲ ਪਹੁੰਚਦੀ ਹੈ ਤੇ ਸਤਿਗੁਰੂ ਨੇ ਇਸ ਸ਼ਲੋਕ ਨੂੰ ਪੜ੍ਹਿਆ, ਵਾਚਿਆ। ਕਬੀਰ ਮਰਤਾ ਮਰਤਾ ਜਗ ਮੁਆ, ਮੌਤ ਸਦੀਵੀ ਹੈ, ਅਟਲ ਹੈ, ਹੋਣੀ ਹੈ ਔਰ ਸਭਨਾਂ ਦੇ ਨਾਲ ਇਹ ਘਟਨਾਵਾਂ ਜਿਹੜੀਆਂ ਇਹ ਵਾਪਰਦੀਆਂ ਆਈਆਂ। ਜਦੋਂ ਮੌਤ ਦੀ ਗੱਲ ਰੱਬੀ ਬਾਣੀ ਚੋਂ ਪੜਾਂਗੇ ਨਾ, ਬਾਬਾ ਫਰੀਦ ਸਾਹਿਬ ਨੇ ਸਭ ਤੋਂ ਨਜ਼ਦੀਕੀ ਦਾ ਪੱਖ ਜਦੋਂ ਖਿੱਚਿਆ ਤੇ ਮਹਾਰਾਜ ਕਹਿੰਦੇ ਆ, ਫਰੀਦਾ ਕਿੱਥੇ ਤੈਂਡੇ ਮਾਪਿਆਂ। ਸਾਡੇ ਸਭ ਤੋਂ ਨੇੜੇ ਰਿਸ਼ਤਾ ਜਿਹੜਾ ਉਹ ਮਾਪਿਆਂ ਦਾ ਹੈ। ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੇ ਹੋਏ। ਇਹ ਸ਼ਲੋਕ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪੜ੍ਹਦੇ ਐ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੇ ਪੌਰ ਨਾ ਮਰਨਾ ਹੋਏ। ਸ਼ਲੋਕ ਦੇ ਭਾਵ ਅਰਥ ਇੱਕੋ ਹੈ ਪਰ ਇਹ ਦੋ ਰੂਪ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ। ਇੱਕ ਵਾਰ ਮਰ ਭੇ ਨਾ ਜਾਣੈ ਕੋਏ, ਇੱਕ ਵਾਰੀ ਮਰ ਭੀ ਨਾ ਜਾਣਿਆ ਕੋਏ। ਅਗਲੇ ਬਚਨ 'ਚ ਤਬਦੀਲੀ ਹੈ, ਐਸੇ ਮਰਨੇ ਤੇ ਐਸੀ ਮਰਨੀ। ਭਾਵ ਅਰਥ ਦੋਨਾਂ ਦਾ ਇੱਕੋ ਹੈ। ਹੁਣ ਬਾਬਾ ਜੀ ਇੰਨੀ ਗੱਲ ਕਹਿੰਦੇ ਆ ਪਰ ਇਹਦੇ ਵਿੱਚ ਰਮਜ਼ ਬਹੁਤ ਜ਼ਿਆਦਾ ਡੂੰਘੀ ਹੈ ਵੀ ਜੱਗ ਤੇ ਮਰਦਾ ਹੀ ਆਇਆ, ਪਰ ਜਿਹੜਾ ਅਸਲੀ ਤੌਰ ਤੇ ਮਰ ਜਾਣਾ, ਜਿਹਨੂੰ ਧਰਮ ਨੇ ਮੋਹਰ ਲਾਈ ਵੀ ਮਰਨਾ ਕਿਹਨੂੰ ਕਿਹਾ ਜਾਂਦਾ ਹੈ, ਇਦਾਂ ਦਾ ਕੋਈ ਵਿਰਲਾ ਹੈ ਜਿਹਨੂੰ ਉਹ ਮਰਨਾ ਆਇਆ। ਫਿਰ ਮਹਾਰਾਜ ਕਹਿੰਦੇ ਆ, ਜਿਹਨੂੰ ਅਸਲ ਵਿੱਚ ਮਰਨਾ ਆ ਜਾਂਦਾ ਹੈ ਨਾ, ਐਸੇ ਮਰਨੇ ਜੋ ਮਰੇ ਬੌਰ ਨਾ ਮਰਨਾ ਹੋਏ, ਉਹ ਵਾਰ-ਵਾਰ ਨਹੀਂ ਮਰਦਾ। ਹੁਣ ਜਦੋਂ ਆਮ ਬੰਦਾ ਇਸ ਬਚਨ ਨੂੰ ਪੜ੍ਹਦਾ ਹੈ, ਇਹਦੇ ਵਿੱਚ ਇੰਨੀ ਡੂੰਘੀ ਰਮਜ਼ ਹੈ, ਰਹੱਸ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਸ ਸ਼ਲੋਕ ਦੀ ਮਾਨੋ ਵਿਆਖਿਆ ਕੀਤੀ, ਮਹੱਲਾ ਤੀਜਾ। ਫਿਰ ਬਾਬਾ ਜੀ ਆਂਦੇ ਆ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ।
ਗੁਰੂ ਕੋਲ ਬਹਿ ਕੇ ਇਸ ਗੱਲ ਨੂੰ ਜਾਣੀਏ ਵੀ ਮਹਾਰਾਜ ਮਰਨਾ ਕਿੱਦਾਂ ਦਾ ਹੁੰਦਾ, ਕਿਹੋ ਜਿਹਾ ਮਰਨਾ ਚਾਹੀਦਾ। ਕਿਉਂਕਿ ਧਰਮ ਦੀ ਤੇ ਸੰਸਾਰ ਦੀ ਜਿਹੜੀ ਦੌੜ ਹੈ ਉਹ ਇੱਕੋ ਜਿਹੀ ਨਹੀਂ ਹੈ। ਆਪ ਜੀ ਬਚਨ ਪੜ੍ਹਦੇ ਹੋ, ਭਗਤਾਂ ਤੈ ਸੈਂਸਾਰੀਆਂ ਜੋੜ ਕਦੇ ਨਾ ਆਇਆ। ਭਗਤ ਦਾ ਰਾਹ ਵੱਖਰਾ ਪਿਆਰਿਓ, ਸੰਸਾਰੀ ਬੰਦੇ ਦਾ ਰਾਹ ਵੱਖਰਾ। ਸੌਖੀ ਜੀ ਗੱਲ, ਸਾਹਿਬ ਦੀ ਅੰਮ੍ਰਿਤਮਈ ਬਾਣੀ ਚੋਂ ਜਦੋਂ ਇਹ ਬਚਨ ਪੜ੍ਹਦੇ ਆ ਨਾ, ਸੰਸਾਰੀ ਤੌਰ ਤੇ ਕਿਸੇ ਨੂੰ ਪੁੱਛੀਏ ਵੀ ਅੰਨਾ ਕੌਣ ਹੈ, ਤੇ ਆਮ ਬੰਦੇ ਦਾ, ਹਰ ਬੰਦੇ ਦਾ ਮੈਂ ਕਹਾਂ ਇੱਕੋ ਹੀ ਜਵਾਬ ਹੋਏਗਾ ਵੀ ਜਿਹਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਜਾਂ ਜਿਹਨੂੰ ਦਿਸਦਾ ਨਹੀਂ ਉਹ ਅੰਨਾ। ਪਰ ਧਰਮ ਇਹ ਗੱਲ ਨਹੀਂ ਕਹਿੰਦਾ। ਹਜ਼ੂਰ ਕਹਿੰਦੇ ਨੇ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੀਂ। ਅੰਨਾ ਉਹ ਨਹੀਂ ਹੈ ਜਿਹਨੂੰ ਅੱਖਾਂ ਨਹੀਂ ਮਿਲੀਆਂ। ਮਹਾਰਾਜ ਫਿਰ ਅੰਨਾ ਕਿਹਨੂੰ ਕਹਿੰਦੇ ਹੋ? ਅੰਧੇ ਸੇਈ ਨਾਨਕਾ ਜੋ ਖਸਮੋ ਕੁੱਥੇ ਜਾਏ। ਅਸਲ ਵਿੱਚ ਅੰਨਾ ਬੰਦਾ ਉਹ ਹੈ ਜਿਹੜਾ ਸਤਿਗੁਰੂ ਦਾ ਹੋ ਨਹੀਂ ਸਕਿਆ, ਜਿਹੜਾ ਗੁਰੂ ਵਾਲਾ ਨਹੀਂ ਹੋ ਸਕਿਆ। ਖਸਮ ਤੋਂ ਬਿਨਾਂ ਹੀ, ਸਾਹਿਬ ਤੋਂ ਬਿਨਾਂ ਹੀ ਜਿਹਦੀ ਜ਼ਿੰਦਗੀ ਤੁਰੀ ਜਾ ਰਹੀ ਹੈ, ਸਤਿਗੁਰੂ ਉਹਨੂੰ ਕਹਿੰਦੇ ਆ ਵੀ ਇਹ ਬੰਦਾ ਉਹ ਇਨਸਾਨ ਹੈ, ਇਹ ਅੰਨਾ। ਦੂਜਾ ਸਵਾਲ ਪੁੱਛੀਏ ਤੇ ਪਾਤਸ਼ਾਹ ਕਹਿੰਦੇ ਆ ਵੀ ਦੁਨੀਆ ਵਿੱਚ ਜਿਉਂਦਾ ਕੌਣ ਹੈ ਤੇ ਮਰਿਆ ਕੌਣ ਹੈ। ਅਸੀਂ ਆਖਾਂਗੇ ਦਾਤਾ ਜੀ ਦੇ ਸਵਾਸ ਚੱਲਦੇ ਨੇ, ਉਹ ਜਿਉਂਦਾ ਜਾਗਦਾ। ਜਿਹਦੇ ਸਾਹਾਂ ਦੀ ਡੋਰ ਟੁੱਟ ਗਈ, ਚਲਦੀ ਹੋਈ ਮਸ਼ੀਨਰੀ ਰੁਕ ਗਈ, ਸਰੀਰ ਖਤਮ ਹੋ ਗਿਆ, ਤੇ ਉਹਨੂੰ ਕਹਿੰਦੇ ਜੀ ਮਰ ਗਿਆ। ਪਰ ਮਹਾਰਾਜ ਕਹਿੰਦੇ ਆ ਨਹੀਂ, ਕੱਲਾ ਇਸੇ ਚੀਜ਼ ਨੂੰ ਧਰਮ ਨੇ ਮਰ ਜਾਣਾ ਨਹੀਂ ਕਿਹਾ। ਹਜ਼ੂਰ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਉਂਦਾ ਉਹ ਹੈ ਜਿਹਦੇ ਅੰਦਰ ਰੱਬ ਦੀ ਯਾਦ ਹੈ, ਜਿਹਨੂੰ ਜੀਂਦੇ ਜੀ ਨੂੰ ਸਾਈਂ ਦੀ ਯਾਦ ਵਿਸਰ ਗਈ, ਅਸਲ ਵਿੱਚ ਉਹ ਮਰਿਆ ਹੋਇਆ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਧਰਮ ਦੀ ਦੁਨੀਆ 'ਚ ਸਿਰਫ ਉਹ ਜਿਉਂਦਾ ਪਿਆਰਿਓ ਜਿਹਦੇ ਅੰਦਰ ਰੱਬ ਦੀ ਯਾਦ ਹੈ। ਹੁਣ ਇੱਥੇ ਮੌਤ ਕਿਹੜੀ ਦੀ ਗੱਲ ਕੀਤੀ ਜੀ? ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਤੇ ਸਾਹਿਬ ਆਂਦੇ ਆ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੌਤ ਸੌਖੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੀ ਯਾਦ ਹੈ। ਸੱਚ ਜਾਣਿਓ ਪਿਆਰਿਓ, ਹਰ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਉਹਨਾਂ ਗੁਰਮੁਖਾਂ ਨੂੰ ਇਸ ਕਰਕੇ ਨਹੀਂ ਯਾਦ ਕਰ ਰਿਹਾ ਵੀ ਉਹ ਇਕੱਲੇ ਕੀਰਤਨੀਏ ਸਨ। ਮਾਫ ਕਰਨਾ, ਦੁਨੀਆ 'ਚ ਬਹੁਤ ਧਾਰਮਿਕ ਬੰਦੇ ਵੀ ਆਉਂਦੇ ਆ, ਜਿਹੜੇ ਆਉਂਦੇ ਆ ਤੇ ਚਲੇ ਜਾਂਦੇ ਆ। ਜ਼ਰੂਰੀ ਨਹੀਂ ਉਹਨਾਂ ਨੂੰ ਸਾਰੀ ਕੌਮ ਯਾਦ ਕਰਦੀ ਹੋਵੇ। ਜਿਨ੍ਹਾਂ ਨੂੰ ਚੁਣਿਆ ਗਿਆ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਜਿਨ੍ਹਾਂ ਤੇ ਮੋਹਰ ਲੱਗ ਗਈ, ਕਾਰਨ ਵੇ ਕਿਤੇ ਨਾ ਕਿਤੇ ਕੋਈ ਰੱਬੀ ਰਹਿਮਤ ਵਰਤੀ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਥਾਂ ਮਿਲੀ ਹੈ। ਉਹਦੀ ਰਹਿਮਤ ਤੋਂ ਬਿਨਾਂ ਨਹੀਂ ਜੇ ਥਾਂ ਮਿਲਦੀ। ਆਪਾਂ ਜਿੰਨੇ ਬੈਠੇ ਹਾਂ ਜੀ, ਦਰਸ਼ਨ ਕਰਨ ਸਾਰੇ ਹੀ ਜਾਂਦੇ ਆ। ਇਹ ਨਹੀਂ ਵੀ ਇੱਥੋਂ ਥਾਂ ਤੇ ਉਸ ਥਾਂ 'ਚ ਕੋਈ ਫਰਕ ਹੈ। ਬਸ ਗੱਲ ਇੰਨੀ ਹੈ, ਉਸ ਥਾਂ ਨਾਲ ਸਾਡੀਆਂ ਇਤਿਹਾਸਕ ਭਾਵਨਾਵਾਂ ਜੁੜੀਆਂ ਹੋਈਆਂ। ਸਿਜਦਾ ਕਰਨ ਦਾ ਸੁਭਾਗ ਤੇ ਮੈਂ ਕਹਿੰਦਾ ਸਾਰਿਆਂ ਨੂੰ ਮਿਲਦਾ ਹੋਏਗਾ, ਪਰ ਯਾਦ ਰੱਖਿਓ ਅੰਦਰ ਬਹਿਣ ਦਾ ਸੁਭਾਗ ਸਾਰਿਆਂ ਨੂੰ ਨਹੀਂ ਮਿਲਦਾ। ਕੋਈ ਗੁਰਮੁਖ ਸੱਜਣ ਮਿਲਿਆ, ਉਹਨੇ ਇੱਕ ਸਵਾਲ ਕੀਤਾ, ਕਹਿਣ ਲੱਗਾ ਕੋਈ ਫਰਕ ਸਮਝਦੇ ਹੋ ਹਰਿਮੰਦਰ ਸਾਹਿਬ ਆਉਣ ਤੇ ਜਾਣ ਵਿੱਚ? ਮੈਂ ਕਿਹਾ ਜੀ ਕਿਸ ਗੱਲੋਂ ਪੁੱਛਦੇ ਹੋ? ਉਹ ਕਹਿੰਦੇ ਅੰਦਰ ਬੈਠਣ ਦਾ ਸੁਭਾਗ ਕਿੰਨੀ ਕੁ ਵਾਰੀ ਮਿਲਿਆ? ਆਖਿਆ ਜੀ ਬਹੁਤੀ ਵਾਰੀ ਨਹੀਂ। ਉਹ ਕਹਿੰਦੇ ਨੇ ਬਸ ਇਹ ਹੀ ਫਰਕ ਹੈ, ਐਵੇਂ ਇਹਨੂੰ ਸੱਚਖੰਡ ਨਹੀਂ ਕਿਹਾ ਜਾਂਦਾ,
ये ईटां दी बनी हुई बिल्डिंग नहीं है, ये सच्ची सचखंड है। जिन्हों बैठण दा सुभाग उन्हों ही मिलदा, जिहदे ते उहदी नदर है, नदर तो बिना नहीं हो सकता। नदर तो बिना तो इत्थे आया नहीं जा सकता जी। खैर पख बाद चर्च करांगा, विचार चल रही है। हजूर कहते ने जेकर साहिब मनो ना विसरे तां सहला मरना होए। याद रखियो प्यारिओ, गुरु ग्रंथ साहिब दी बाणी च महाराज ने 4 तरह की मौत का जिक्र किया। एक मौत ऐसी जिन्हों असी कहने फिजिकल डेथ, शरीर का मर जाना जी। साइंस की गल चलेगी तो कहेंगे चलती हुई जी मशीनरी रुक गई, पर धर्म ये तो अगली गल करता है, जेते जी जीवै ले सा। जिन्ने दुनिया ते जी आ साह लैके जिउंदे ने, जीवाले ताके असा। जे उहदी मौज होए तो साह तो बिना भी रख सकता है, साह तो बिना भी किसी नूं जिउंदा रख सकता है। प्रभ भावै बिन सास ते रख है। इनू पहली मौत कहा महाराज ने, शरीर का मर जाना। और ये सदीवी है, याद रखियो ये आखिरी सच है। पर सतगुरु गुरु तेग बहादुर महाराज एक गल कहते हैं, महाराज कहते हैं काश कोई इस गल नूं पहचान ले। पीड़ा की है? साधो रचना राम बनाई, एक बिनसै एक आस्थिर मन है। जिन्ने बैठे हैं जी, मेरा ख्याल है साडे कोई किसी का कंधा ऐसा नहीं होना, मोढा ऐसा नहीं होना जिहदे ते कदी अर्थी ना चुकी होवे। पर महाराज कहते कमाल ये वे, एक बंदा मरदा पिया सामने, जेड़ा अर्थी चुक के ले जाण वाला है, जेड़ा शमशान भूमि च शामिल होया जाके, वो अपने आप नूं अस्थिर मन्नी बैठा है। एक बिनसै एक अस्थिर मन है, अचरज लखियो ना जाई। झूठा तन साचा कर जाने हो, ज्यों सुपना रह नाई। ज्यों दिसै सो सगल बिनासै, ज्यों बादर की शाई। इन्हें मिटना जरूर है। जिन्हें तैयारी कर ली ना, याद रखियो वो रोंदे नहीं। जिन्ने क सोशल मीडिया नाल जुड़े है ना जी, भाई निर्मल सिंह हुणां दे आखिरी बोल जिहड़े पुत्त नाल जिहड़े सांझे होए ना, सारियां सुणियो। कहंदे आ बेटा ये अपनी आखिरी फतेह है। किते ना किते इस गल नूं महसूस कर लिया भी समा बहुत नज़दीकी है। जी सिंह साहब जी की गल है, क्योंकि बहुत गल्लां मीडिया राही सांझियां हो गई, मैं वो बचन नहीं वार वार सांझे करना चाहता। पर प्यारिओ अपने आप नूं संकोच लेना, तैयारी कर लेनी, सच ये है गुरमुख की निशानी है। बाबा कबीर जी का, बाबा रविदास महाराज का ना बचन है। भगत जी कहते मैं ते संसारी चमार हाँ, संसारी चम दियां जुत्तियां सिउण करके लोकी मैनू चमार कहते आ। पर दुनिया के लोगों तुहाडे तो वड्डा चमार कौन है? महाराज क्यों? वो कहते चमरटा गांठ ना जनई। मैं तो आ कलियां गंढा दिना आ, पर मैनू वो गंढा नहीं आउंदियां जिहड़ियां संसार दे रहा। लोग गठावें पनही, लोग शरीर रूपी जुत्ती नूं वार वार गंढाउण दा यतन करते हैं भी भावें कुछ हो जाए पर दुनिया तो जाना ना पे। पर इधर डॉक्टर ये कह रहे हैं कि कीमोथेरेपी होएगी, अगला समा सेव हो जाएगा। पर जिन्हां दी तैयारी है उन्हां दे आखिरी बोल है भी रोज अरदास ये की जा रही है, महाराज सिक्खी केसां सुआसां संग निभाई
ਤੇ ਜੇ ਜ਼ਿੰਦਗੀ ਦੇ 4 ਸਾਹ ਵੱਧ ਲੈ ਕੇ ਮੇਰੀ ਸਿੱਖੀ ਵੀ ਚਲੀ ਜਾਏ, ਮੇਰੇ ਕੇਸ ਵੀ ਚਲੇ ਜਾਣ, ਔਰ ਸਿੱਖੀ ਤੇ ਕੇਸਾਂ ਤੋਂ ਬਿਨਾਂ ਮਿਲੇ ਹੋਏ ਸਾਹਾਂ ਨੂੰ ਮੈਂ ਕੀ ਕਰਾਂਗਾ। ਜੇ ਜ਼ਿੰਦਗੀ ਦੇਣੀ ਹੋਈ ਗੁਰੂ ਰਾਮਦਾਸ ਸਾਹਿਬ ਨੇ ਇਦਾਂ ਹੀ ਦੇ ਦੇਣੀ ਹੈ। ਜੇ ਉਹਨੇ ਨਹੀਂ ਬਖਸ਼ਣੀ ਹੋਈ ਫਿਰ ਜਿੰਨੇ ਮੈਂ ਮਰਜ਼ੀ ਆਰ ਪਾਰ ਕਰ ਲਾਂ, ਨਹੀਂ ਮਿਲਣੀ। ਇਹ ਤਿਆਰੀ ਹੈ ਨਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਹਜ਼ੂਰ ਕਹਿੰਦੇ ਜਿਹਨੂੰ ਚੱਲਣ ਦਾ ਪਤਾ ਨਾ ਵੀ ਜਾਣਾ ਹੈ, ਉਹ ਖਲਾਰਾ ਨਹੀਂ ਪਾਉਂਦੇ। ਚੱਲਣ ਸਾਰ ਨਾ ਜਾਣਈ ਕਾਜ ਸਵਾਰਨਹਾਰ। ਜਿਹੜੇ ਚੱਲਣ ਦਾ ਪਤਾ ਨਹੀਂ, ਉਹ ਅਰਦਾਸ ਕਰ ਕਿ ਜ਼ਿੰਦਗੀ ਦਾ ਕਾਰਜ ਸਵਾਰਿਆ ਜਾਏ। ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਬਚਨ ਹੈ। ਪਾਤਸ਼ਾਹ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ, ਪੱਕਾ ਭਰੋਸਾ ਹੈ ਵੀ ਸੰਸਾਰ ਨੂੰ ਛੱਡਣਾ ਪਏਗਾ। ਸੋ ਲੱਗਾ ਮਨ ਮਾਹੇ, ਇਹਦੀ ਪਕੜ ਬਹੁਤ ਜ਼ਿਆਦਾ ਹੈ। ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਜਿੱਥੇ ਚਲੇ ਜਾਣਾ ਹੈ, ਆਖਰ ਵੇਲੇ ਅੱਪੜਨਾ ਹੈ, ਉਹਦੀ ਚਿੰਤਾ ਹੀ ਕੋਈ ਨਹੀਂ। ਪਹਿਲੀ ਮੌਤ ਨੂੰ ਸਤਿਗੁਰੂ ਨੇ ਆਖਿਆ ਜੀ ਫਿਜ਼ੀਕਲ ਡੈਥ, ਸਰੀਰ ਦਾ ਮਰ ਜਾਣਾ। ਦੂਜੀ ਮੌਤ ਨੂੰ ਮਹਾਰਾਜ ਨੇ ਕਿਹਾ ਜਿਹੜੀ ਜ਼ਿੰਦਗੀ ਗੁਰੂ ਦੇ ਸ਼ਬਦ ਵਿੱਚ ਕੁਰਬਾਨ ਹੋ ਜਾਏ। ਜੀਂਦੇ ਜੀ ਹੰਕਾਰ ਨੂੰ ਪਾਸੇ ਕਰ ਦੇਣਾ ਸਭ ਤੋਂ ਔਖਾ ਹੈ ਜੀ। ਸ਼ਬਦ ਵਿੱਚ ਆਪਾ ਆਪ ਮਿਟਾ ਦੇਣਾ। ਜਿਨ੍ਹਾਂ ਦੀਆਂ ਯਾਦਾਂ ਮਨਾ ਰਹੇ ਹੋ, ਮੈਂ ਫਿਰ ਬੇਨਤੀ ਕਰਦਿਆਂ, ਸੰਸਾਰ ਕੁਝ ਵੀ ਕਹਿੰਦਾ ਰਹੇ, ਪਰ ਇਹ ਗੱਲ ਪੱਕੀ ਹੈ, ਮੋਹਰ ਹੈ ਜੀ, ਜਿਹਨੂੰ ਸਤਿਗੁਰੂ ਦੇ ਦਰ ਤੇ ਥਾਂ ਮਿਲ ਗਈ। ਚੁਣਦਾ ਸਿਰਫ ਉਹ ਹੈ, ਹੋਰ ਕੋਈ ਨਹੀਂ ਚੁਣਦਾ। ਬਹਾਨੇ ਕਿਸੇ ਰਾਹੀਂ ਬਣਦੇ ਹੋਣ ਵੀ ਇਹਦੇ ਟੈਸਟ ਲਓ ਜੀ, ਇਹਨੂੰ ਫਿਰ ਰੱਖਾਂਗੇ, ਕਿੱਦਾਂ ਹੋਏਗਾ, ਨਹੀਂ। ਚੁਣਿਆ ਉਹ ਜਾਂਦਾ ਜੀ। ਅੱਜ ਕਿਤੇ ਬੈਠੇ ਇੱਕ ਬੋਲ ਪੜ੍ਹ ਰਿਹਾ ਸਾਂ, ਸੰਸਾਰ ਦੇ ਜਿੰਨੀ ਕਿਰਤ ਆ, ਆਮ ਬੰਦਾ ਦਿਹਾੜੀਦਾਰ ਤੋਂ ਲੈ ਕੇ ਤੇ ਰਾਸ਼ਟਰਪਤੀ ਤੱਕ ਸਾਰੇ ਸੰਸਾਰੀ ਬੰਦੇ ਆ, ਤੇ ਸਭ ਨੂੰ ਸੰਸਾਰ ਚੁਣਦਾ। ਜਿਸ ਖਿੱਤੇ ਦੀ ਗੱਲ ਕਰਦੇ ਆ ਨਾ ਜੀ, ਚਾਹੇ ਉਹ ਗੁਰੂ ਕਾ ਕੀਰਤਨੀਆ ਆ, ਉਹ ਗੁਰੂ ਨੇ ਚੁਣਿਆ ਭਾਈ ਸਾਹਿਬ ਭਾਈ ਮਰਦਾਨਾ ਜੀ। ਥਾਂ ਦਿੱਤੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਭਾਈ ਸਾਹਿਬ ਭਾਈ ਗੁਰਦਾਸ ਵਰਗਿਆਂ ਨੂੰ ਮੌਕਾ ਮਿਲਿਆ, ਸਮਾਂ ਮਿਲਿਆ ਇਹ ਰੱਬੀ ਬਾਣੀ ਦੀ ਸੇਵਾ ਕਰਨ ਦਾ, ਔਰ ਨਾਲ ਇਹ ਬਚਨ ਆਖੇ ਧੰਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜੇ ਚੁਣਿਆ ਗਿਆ, ਗੁਰੂ ਦੇ ਦਰੋਂ ਕੀਰਤਨੀਆਂ ਚੁਣਿਆ ਗਿਆ, ਗ੍ਰੰਥੀ ਚੁਣਿਆ ਗਿਆ, ਔਰ ਕਮਾਲ ਹੈ ਉਹ ਜਿੱਥੋਂ ਮਰਜ਼ੀ ਹਟ ਕੇ ਜਿੱਥੇ ਮਰਜ਼ੀ ਲੱਗ ਜਾਏ, ਉਹ ਸਾਰੀ ਜ਼ਿੰਦਗੀ ਗੁਰੂ ਦੇ ਘਰ ਦਾ ਵਜ਼ੀਰ ਨਵਾਜਿਆ ਜਾਏਗਾ। ਪਰ ਉਸ ਦਰ ਦੀ ਨਾ ਮਹਿਮਾ ਬੜੀ ਕਿਰਪਾ। ਜਿਹੜੀ ਆਪਾਂ ਗੱਲ ਕਰਦੇ ਆ ਨਾ, ਹੰਕਾਰ ਦਾ ਮਰ ਜਾਣਾ, ਆਪਣੀ ਈਗੋ ਨੂੰ ਮਿਟਾ ਦੇਣਾ, ਉਹਨੂੰ ਮਹਾਰਾਜ ਦੂਜੀ ਮੌਤ ਕਿਹਾ ਜੀ। ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਏ। ਪਿਛਲੇ ਸਾਲ ਨਾ ਇਹਨਾਂ ਦਿਨਾਂ 'ਚ ਕੈਨੇਡਾ ਸਾਹਿਬ ਤੇ ਔਰ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਨਾਲ, ਹੁਣ ਉੱਥੇ ਸੰਗਤ ਜਿਹੜੀ ਉਹਨਾਂ ਨੂੰ ਅਕਸਰ ਪ੍ਰੇਮ ਹੁੰਦਾ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਚਾਹੇ ਗੁਰੂ ਘਰ ਦਾ ਕੋਈ ਕੀਰਤਨ ਹੈ, ਸਿੰਘ ਸਾਹਿਬ ਹੈ, ਹਰ ਬੰਦੇ ਦੀ ਕੋਸ਼ਿਸ਼ ਹੈ ਵੀ ਜਿੰਨੀ ਵਿੱਤੋਂ ਹੋ ਸਕੇ ਸੇਵਾ ਕੀਤੀ ਜਾਏ। ਉੱਥੇ ਕੋਈ ਗੁਰਮੁਖ ਸੱਜਣ ਉਹਨਾਂ ਦੇ ਘਰ ਬੈਠੇ, ਤੇ ਇੱਕ ਗੱਲ ਅਕਸਰ ਕਈ ਵਾਰੀ ਆਉਂਦੀ ਸੀ ਵੀ ਕੁਝ ਬੰਦਿਆਂ ਦੀ ਜਾਂ ਕੁਝ ਗੁਰਮੁਖਾਂ ਦੀ ਇਹ ਸਾਂਝ ਹੈ ਵੀ ਉਹ ਆਮ ਹਰ ਕਿਸੇ ਦੇ ਘਰੋਂ ਪ੍ਰਸ਼ਾਦਾ ਨਹੀਂ ਛਕਦੇ। ਹੁਣ ਸਾਡੇ ਵਰਗਿਆਂ ਦੇ ਮਨ 'ਚ ਬੜੇ ਸਵਾਲ ਆਉਂਦੇ ਸੀ ਇਹ ਜਿਹੜੇ, ਚਲੋ ਉੱਥੇ ਬੈਠੇ ਉਹਨਾਂ ਲੰਗਰ ਤਕਰੀਬਨ ਦਸ਼ਮੇਸ਼ ਦਰਬਾਰ ਵਿੱਚ ਸਰੀ ਦੇ ਵਿੱਚ 10 ਤੋਂ 15 ਜਥੇ ਇੱਕ ਟਾਈਮ ਹੁੰਦੇ ਨੇ।
ਇੱਥੇ ਵੀਰ ਜੀ ਸੇਵਾ ਕਰਦੇ ਰਹੇ ਗਿਆਨੀ ਗੁਰਵਿੰਦਰ ਸਿੰਘ ਹੋਰੀ, ਉਹ ਵੀ ਨਾਲ। ਉੱਥੋਂ ਕੋਈ ਸੱਜਣ ਹੋਰ ਲੈ ਗਿਆ ਜੀ, ਭਾਵੇਂ ਆ ਮੇਰਾ ਨਾਲ ਘਰ ਆ, 10 ਮਿੰਟ ਚੱਲੋ ਜ਼ਰੂਰ ਸਾਰੇ ਜਣੇ। ਉਹਨਾਂ ਕੁਝ ਨਾ ਕੁਝ ਛਕਣ ਲਈ ਦਿੱਤਾ, ਸਾਰਿਆਂ ਛਕਿਆ ਤੇ ਸਿੰਘ ਸਾਹਿਬ ਕਹਿਣ ਲੱਗੇ ਵੀ ਨਹੀਂ ਮੈਂ ਨਹੀਂ ਛਕਣਾ। ਬੜਾ ਜ਼ੋਰ ਲਾਇਆ, ਉਹ ਕਹਿਣ ਲੱਗੇ ਵੀ ਮੇਰੀ ਤ੍ਰਿਪਤੀ ਹੈ, ਲੋੜ ਹੁੰਦੀ ਤਾਂ ਮੈਂ ਜ਼ਰੂਰ ਛਕ ਲੈਣਾ। ਮੈਂ ਬਿਲਕੁਲ ਹਜ਼ੂਰੀ 'ਚ ਬਹਿ ਕੇ ਕਹਿ ਰਿਹਾ, ਕੋਈ ਲਫ਼ਜ਼ ਇੱਕ ਤੋਂ ਦੂਜਾ ਨਹੀਂ। ਸਾਡੇ ਖੁਦ ਦੇ ਮਨ 'ਚ ਇਹ ਗੱਲ ਆਈ ਵੀ ਮਹਾਰਾਜ ਉਹਨਾਂ ਇੰਨੀ ਭਾਵਨਾ ਨਾਲ ਸੱਦਿਆ ਤੇ ਇੱਦਾਂ ਕਿਸੇ ਨੂੰ ਮੋੜ ਦੇਣਾ ਜਾਂ ਇਹ ਗੱਲ ਕਹਿਣੀ ਵੀ ਨਹੀਂ ਮੈਂ ਨਹੀਂ ਛਕਣਾ, ਐਡੀ ਵੱਡੀ ਸ਼ਖਸੀਅਤ ਲਈ ਇਹ ਸ਼ਬਦ ਜਿਹੜੇ ਇਹ ਚੰਗੇ ਨਹੀਂ। ਰਿਹਾ ਨਾ ਗਿਆ ਜਿੱਥੇ ਉਹ ਰਹਿੰਦੇ ਸਨ ਘਰ ਦੇ ਵਿੱਚ, ਗਏ ਉਹਨਾਂ ਨੂੰ ਸਵਾਲ ਕੀਤਾ ਵੀ ਸਿੰਘ ਸਾਹਿਬ ਆਮ ਸਾਡੇ ਵਿੱਚ ਸਿੱਖਾਂ 'ਚ ਬਣ ਗਈ ਆ ਵੀ ਕਿਸੇ ਦੇ ਹੱਥੋਂ ਲੈ ਕੇ ਨਹੀਂ ਛਕਣਾ, ਆਪੋ ਆਪਣੀ ਮਨ ਦੀ ਅਵਸਥਾ ਬਣ ਗਈ, ਕੀ ਕਾਰਨ? ਉਹਨਾਂ ਬੜੀ ਪਿਆਰੀ ਇੱਕ ਇਤਿਹਾਸ ਦੀ ਘਟਨਾ ਸੁਣਾਈ। ਉਹਨਾਂ ਪਹਿਲਾਂ ਪੁੱਛਿਆ ਵੀ ਕਦੀ ਦਰਵੇਸ਼ੀ ਗਾਖੜੀ ਪੁਸਤਕ ਹੈ ਸਤਿਕਾਰਯੋਗ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਦੀ, ਪੜ੍ਹੀ ਹੈ ਕਦੀ? ਮੈਂ ਕਿਹਾ ਜੀ ਪੜ੍ਹੀ ਜ਼ਰੂਰ ਹੈ ਪਰ ਸਾਰੀ ਨਹੀਂ। ਉਹਨਾਂ ਉਹਦੇ ਵਿੱਚੋਂ ਇੱਕ ਸਾਖੀ ਸੁਣਾਈ ਔਰ ਬੜੇ ਪ੍ਰੇਮ ਨਾਲ ਉਹਨੂੰ ਮਾਣਿਓ ਵੀ ਜਿਹੜੀ ਇਹ ਅਵਸਥਾ ਹੈ ਨਾ ਜੀ, ਹਰ ਬੰਦੇ ਦੀ ਨਹੀਂ ਬਣਦੀ। ਜ਼ਰੂਰੀ ਨਹੀਂ, ਮਾਫ ਕਰਿਓ, ਇਸ ਸਟੇਜ ਤੇ ਬਹਿਣ ਵਾਲਾ ਹਰ ਬੰਦਾ ਹੀ ਗੁਰਮੁਖ ਹੋਵੇ, ਜ਼ਰੂਰੀ ਨਹੀਂ। ਇਹਨੂੰ ਮਹਾਰਾਜ ਇੱਕੋ ਹੀ ਗੱਲ ਆਖੀ ਹੈ ਵੀ ਚੁਣ ਲਵੇ ਤੇ ਉਹ ਬਚਪਨ 'ਚ ਚੁਣ ਲੈ, ਨਾ ਚੁਣੇ ਤੇ ਸਾਰੀ ਉਮਰ ਵੀ ਬੀਤ ਜਾਏ ਤਾਂ ਵੀ ਉਹ ਰਹਿਮਤ ਦੇ ਪਾਤਰ ਨਹੀਂ ਬਣ ਸਕੀਦਾ। ਭਾਈ ਸਾਹਿਬ ਭਾਈ ਕਨ੍ਹਈਆ ਜੀ ਦੀ ਨਾ ਅੱਗੇ ਜਿਹੜੀ ਕੋਲਿਆ ਭਾਵ ਸੇਵਾ ਪੰਥੀ ਮਹਾਂਪੁਰਸ਼, ਉਹਨਾਂ 'ਚ ਇੱਕ ਗੁਰਮੁਖ ਹੋਏ ਸਤਿਕਾਰਯੋਗ ਬਾਬਾ ਅੱਡਣ ਜੀ। ਬਾਬਾ ਅੱਡਣ ਜੀ ਬੜੀ ਘਾਲ ਕਮਾਈ ਵਾਲੇ ਸਨ ਔਰ ਉਹਨਾਂ ਸਾਰੀ ਜ਼ਿੰਦਗੀ ਇੱਕੋ ਹੀ ਕਰਮ ਕੀਤਾ, ਬੱਚਿਆਂ ਨੂੰ ਪਿੰਡਾਂ ਵਿੱਚੋਂ ਇਕੱਠਿਆਂ ਕਰਨਾ, ਬਾਣੀ ਦੀ ਸੰਥਿਆ ਦੇਣੀ, ਕਥਾ ਕੀਰਤਨ ਸਿਖਾਉਣਾ ਤੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਛੱਡਣਾ ਵੀ ਪੁੱਤਰੋ ਸਿੱਖੀ ਦਾ ਪ੍ਰਚਾਰ ਕਰੋ। ਸਾਰੀ ਜ਼ਿੰਦਗੀ ਉਹਨਾਂ ਦੀ ਪ੍ਰਚਾਰ ਕਰਦਿਆਂ ਲੰਘੀ। ਇੱਕ ਦਿਨ ਜਿਹੜੇ ਪਿੰਡ ਵਿੱਚ ਗਏ, ਸਬੱਬ ਨਾਲ ਉਹਨਾਂ ਦਾ ਵਿਦਿਆਰਥੀ ਸਿੱਖਿਆਰਥੀ ਉਸੇ ਹੀ ਗੁਰਦੁਆਰਾ ਸਾਹਿਬ ਧਰਮਸ਼ਾਲ ਵਿੱਚ ਡਿਊਟੀ ਕਰੇ। ਚਾਅ ਚੜ ਗਿਆ ਵੀ ਉਸਤਾਦ ਜੀ ਆਏ ਹੈ। ਉਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ। ਸ਼ਾਮ ਨੂੰ ਜਦੋਂ ਸਮਾਪਤੀ ਹੋ ਗਈ ਗੁਰਦੁਆਰਾ ਸਾਹਿਬ, ਕਹਿਣ ਲੱਗਾ ਬਾਬਾ ਜੀ ਮੈਂ ਪ੍ਰਸ਼ਾਦਾ ਤਿਆਰ ਕੀਤਾ ਵੀ ਛਕੋ। ਬਾਬਾ ਅੱਡਣ ਜੀ ਨੇ ਹੱਥ ਮੂੰਹ ਧੋਤਾ, ਬਹਿ ਗਏ ਚੌਂਕੜਾ ਮਾਰ ਕੇ। ਉਹਨੇ ਥਾਲ 'ਚ ਪ੍ਰਸ਼ਾਦਾ ਪਰੋਸ ਕੇ ਜਦੋਂ ਅੱਗੇ ਕੀਤਾ ਨਾ, ਹੱਥ ਜੋੜੋ ਨਾ ਅਰਦਾਸ ਕੀਤੀ। ਅਰਦਾਸ ਕਰਦਿਆਂ ਇੱਕ ਬੋਲ ਸੁੱਝਿਆ, ਉਹ ਕਹਿਣ ਲੱਗੇ ਬੇਟਾ ਭੁੱਖ ਜ਼ਰੂਰ ਲੱਗੀ ਹੈ, ਮੇਰਾ ਮਨ ਜਿਹੜਾ ਨਾ, ਮੇਰੀ ਆਤਮਾ ਇਸ ਪ੍ਰਸ਼ਾਦੇ ਛਕਣ ਨੂੰ ਇਜਾਜ਼ਤ ਨਹੀਂ ਦਿੰਦੀ। ਕਿਤੋਂ ਮੰਗ ਕੇ ਲਿਆਇਆ ਪ੍ਰਸ਼ਾਦਾ? ਉਹ ਕਹਿਣ ਲੱਗੇ ਨਹੀਂ, ਮੈਂ ਸਾਰਾ ਦਿਨ ਕਿਰਤ ਕਰਦਾ ਆ ਜੀ, ਵਾਣ ਵੱਟਦਾ ਹੱਥੀਂ, ਜਿਹੜੀ ਉਹਦੀ ਮਜ਼ਦੂਰੀ ਮਿਲਦੀ ਹੈ ਉਸੇ ਮਜ਼ਦੂਰੀ ਦਾ ਪ੍ਰਸ਼ਾਦਾ ਹੈ, ਆਟਾ ਲਿਆਂਦਾ, ਉਸੇ ਮਜ਼ਦੂਰੀ ਦੀ ਦਾਲ ਹੈ ਤੇ ਪਾਣੀ ਮਹਾਰਾਜ ਆ ਗੁਰਦੁਆਰਾ ਸਾਹਿਬ 'ਚ ਜਿਹੜਾ ਖੂਹ ਇਹਦਾ ਵਰਤਿਆ। ਉਹ ਕਹਿਣ ਲੱਗੇ ਪੁੱਤਰ ਬਿਲਕੁਲ ਸੱਚ ਬੋਲਦਾ। ਉਹਨਾਂ ਆਖਿਆ ਹਾਂ ਉਸਤਾਦ ਜੀ। ਖੈਰ ਨਾ ਚਾਹੁੰਦੇ ਆ ਬਾਬਾ ਅੱਡਣ ਜੀ ਨੇ 2 ਫੁਲਕੇ ਛਕੇ। ਸਾਰੀ ਰਾਤ ਲੰਘੀ। ਪਹਿਰ ਰਾਤ ਉਸ ਸਮੇਂ ਤੋਂ ਪਹਿਲਾਂ ਉੱਠ ਖੂਹ ਤੇ ਇਸ਼ਨਾਨ ਕੀਤਾ, ਬੈਠੇ ਰਹੇ, ਆਪਣਾ ਉਹਨਾਂ ਸਾਰਾ ਨੇਮ ਨਿਭਾਇਆ ਤੇ ਉਹਨਾਂ ਦੇ ਬੱਚੇ ਨੇ ਜਿਹੜੀ ਉਹ ਸੇਵਾ ਸਤਿਗੁਰੂ ਦੇ ਘਰ ਦੀ ਨਿਭਾਈ, ਨੇਮ ਹੋ ਗਿਆ। ਕਹਿਣ ਲੱਗੇ ਪੁੱਤਰ ਮੈਨੂੰ ਇੰਜ ਲੱਗਦਾ ਤੂੰ ਮੇਰੇ ਨਾਲ ਧੋਖਾ ਕੀਤਾ। ਮੇਰੀ ਰਾਤ ਵੀ ਉਹਦੀ ਯਾਦ ਤੋਂ ਬਿਨਾਂ ਲੰਘ ਗਈ। ਅੱਜ ਨਿਤਨੇਮ ਜ਼ਰੂਰ ਕੀਤਾ ਹੈ, ਪਰ ਜਦੋਂ ਤੋਂ ਗੁਰਸਿੱਖੀ ਦੇ ਪੱਖ ਨੂੰ ਮਾਣਿਆ ਉਦਣ ਤੋਂ ਲੈ ਕੇ ਅੱਜ ਤੱਕ ਪਹਿਲਾ ਦਿਨ ਆ
जिदण एक भी बोल मैं सुरत नाल नहीं पढ़ सुन सकिया। सच्ची दस प्रशादा कित्थों लिआंदा है? उन्हें फिर वही बोल दोहराए, बाबा जी सच आ पानी खूह दा आ, आटा जिहड़ी मैं मजदूरी कीती ओहदा आ, दाल भाजी भी उसे दी लैके आया आ। उन्हें सारा कुछ सोच के कहन लगे बनाया काहदे ते? आखिया जी लकड़ां भी इकट्ठियां करके लिआंदियां मेहनत नाल। फिर कहंदे लकड़ां दे नाल होर कुछ लाया? आखिया हाँ सच, रोज़ माता आउंदी है गुरुद्वारा साहब सेवा करन, उन्हें पाथियां चढ़ाइयां सन, वो जरूर नाल लाइयां। कहंदे ने मेरे नाल उस माता कोल चल। माता कोल गए, माँ जी पाथियां तुसां चढ़ाइयां सी? कहन लगे जी पाथियां कित्थों आईयां? आखिया जी वेड़े च मझ बजी आ। ते बाबा अड्डण जी कहंदे माँ सच्ची दसी मझ कित्थों आई? वो कहन लगी बाबा जी तुहाथों झूठ कोई नहीं, मझ चोरी दी आ। चोरी दी मझ दे जिहड़े गोहे आ उहदे ते बनिया प्रशादा भी सुरत नूं खिंडाउंदा आ। तो ध्यान दिओ जिहड़ी मंजिल आ जिन्हों असीं कहने गुरसिੱਖੀ दी घाल कमाई, वो कित्थे जाके अपड़ांगे? जदों सिंह साहब होरां इह गल सुनाई ना जी, ते मन च एक गल वजी भी सच्चे पातशाह सच्ची गल है, तेरे घर की जिहड़ी दरवेशी करनी है ना वो बड़ी औखी है। महाराज तां ही कहा फरीदा दर दरवेसी गाखड़ी चल्ला दुनिया पत। असी साडे अरगे जी मैं अपनी गल करा घवा लैना कह लैना बड़ा सौखा है, पर उहदे घर की दरवेशी करनी, उहदे बोलां ते खरे उतरना। धन बाबा बुढ़ा साहब की जिहड़ी सच्ची वो पदवी है, वो गद्दी है, उहदे लई खरे उतर जाना हर बंदे दे वस की गल नहीं। चलना दुनिया पत, असीं ते दुनिया वांग ही तुरे जा रहे हैं। बन उठाई पोटली कित्थे वंझां घत, ते जदों वेख्या आ पोटली इन्नी क सिर दे उत्ते भरी पई है, इनू कित्थे चौके रखी? महाराज गुरु नानक साहब का बचन सच्चे पातशाह क्या करते सी, पूजा का धान अग दे भांबड़ वर्गा ते बंदे दा कीता होया थोड़ा बहुता जप तप, सिर्फ इन्ना कहा जिवें एक कौला पानी का भर के बलदे भांबड़ विच पा दिता, उहदे नाल उहनूं कोई फर्क नहीं पैंदा। उहदे घर की घाल कमाई अपना आप। फिर दूजी गल है जी, जिहड़ा गुरमुख किसी टिकाणे ते अपड़दा ना जी, ये भी जरूरी है। चलो समय नाल छोटी थां तो कोई वड्डी थां ते अपड़दा है। असीं अपने धर्म की गल नूं समझिए, हर दर जिहड़ा आ वो बराबर है, कोई उच्ची नीवीं गल नहीं। पर असीं आखिरी पक्ष जिहड़ा अपना मुख पक्ष सचखंड श्री हरमंदर साहब नूं मनदे, वो मर्यादा, वो पक्ष, उथों दे बोल, उथों दी शब्दावली, हर चीज़ नूं हर गुरु दा सिख जिहड़ा फॉलो करता है। गद्दी मिल जानी एक होर गल है, पर उहनूं सांभना, उहदी संभाल करनी। फिर बेनती नूं समझियो, दूजी मौत है जींदे जी अपना आप शब्द दे विच लीन कर देना, शब्द दे विच समा जाना। गद्दियां बड़ियां नूं मिलदियां, पर गद्दियां ते बह के हंकार जिहड़ा ना, तुलसीदास दा एक बोल आ, तुलसी ऐसा को जन्म्यो जग माही, प्रभुता पाए जास मद नाही। प्रभुता जिन्हों मिल जाती है, गुरु तेग बहादुर महाराज कहते हंकार नूं आवाज मारन की लोड़ नहीं, वो आपे ही आ जाता है। धन जोबन प्रभुता के मद में ऐनस रहे दीवाना। दूजी मौत अपना आप गुरु के शब्द विच कुर्बान करते हैं। दो घटनावां हरमंदर साहिब दियां होर याद आईयां जी। जिहड़ा वो टिकाणा, जिहड़ी वो थां आ जिथे गुरु का कीर्तनिया जां ग्रंथी सिंह
ਅਰਦਾਸੀਆ ਸਿੰਘ ਬੈਠਦਾ ਆ। ਸਾਚਿਆ ਉੱਤੇ ਗੁਰੂ ਰਾਮਦਾਸ ਦੀ ਅਪਾਰ ਕਿਰਪਾ ਵਰਤਦੀ। ਪਹਿਲੀ ਘਟਨਾ ਆ ਜੀ, ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ ਸਨ, ਅੰਗਰੇਜ਼ਾਂ ਵੇਲੇ ਦੀ ਗੱਲ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਭਗਤ ਸਿੰਘ ਜੀ, ਇਹ ਦੋਨੋਂ ਘਟਨਾਵਾਂ ਹਰਿਮੰਦਰ ਸਾਹਿਬ ਲਿਖੀਆਂ ਵੀ ਪਈਆਂ। ਸੁਨਹਿਰਾ ਇਤਿਹਾਸ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਦੀ ਲਿਖਤ, ਇਹ ਉਹਦੀਆਂ ਦੋਵੇਂ ਘਟਨਾਵਾਂ। ਵਾਇਸਰਾਏ ਹਰਿਮੰਦਰ ਸਾਹਿਬ ਆਇਆ, ਇਹ ਉਹ ਦਿਨ ਆ ਜੀ। ਹਰਿਮੰਦਰ ਸਾਹਿਬ ਤੇ ਉਹ ਵੀ ਦਿਨ ਆਏ ਜੀ ਜਿੱਦਣ ਉਹਨੂੰ ਨਿਲਾਮੀ ਤੇ ਲਾਇਆ। ਨਹੀਂ ਤੇ ਕਦੀ ਨਹੀਂ ਸੁਣਿਆ ਵੀ ਗੁਰੂ ਦਾ ਘਰ ਨਿਲਾਮ ਹੋਇਆ ਹੋਵੇ। ਵਾਇਸਰਾਏ ਜਦੋਂ ਵੇਖਣ ਆਇਆ ਨਾ, ਆਪ ਜੀ ਨੂੰ ਪਤਾ ਹੈ ਵੀ ਜਿੱਥੇ ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਵਾਲੀ ਦੁਕਾਨ ਹੈ ਨਾ, ਉਹ ਜਿਹੜਾ ਬਾਜ਼ਾਰ ਭਾਂਡਿਆਂ ਵਾਲਾ ਬਾਜ਼ਾਰ ਗੁਰੂ ਕੇ ਮਹਿਲ ਨੂੰ ਰਾਹ ਜਾਂਦਾ, ਰਾਹ ਵਿੱਚ ਨਾ ਇੱਕ ਪਾਲਕੀ ਹੈ ਬੜੀ ਪੁਰਾਣੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਦੀ ਬਣੀ ਹੈ। ਕਦੀ ਜਾਓ ਜ਼ਰੂਰ ਦਰਸ਼ਨ ਕਰਿਓ, ਅੱਜ ਵੀ ਉਹਦੇ ਉੱਤੇ ਪ੍ਰਕਾਸ਼ ਹੁੰਦਾ ਹੈ। ਇੱਥੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਜੋੜਾ ਲਾ ਕੇ ਇੱਥੋਂ ਮਹਾਰਾਜ ਨੰਗੇ ਪੈਰੀ ਜਾਂਦੇ ਸਨ। ਹੁਣ ਇਹ ਮਰਿਆਦਾ ਸੀ ਗੁਰੂ ਘਰ ਦੀ। ਵਾਇਸਰਾਏ ਆਇਆ ਘੰਟਾ ਘਰ ਵਾਲੇ ਪਾਸਿਓਂ, ਪੌੜੀਆਂ ਤੋਂ ਜੋੜਾ ਲੈ ਕੇ ਥੱਲੇ ਆ ਗਿਆ। ਸਿੰਘ ਸਾਹਿਬ ਗਿਆਨੀ ਭਗਤ ਸਿੰਘ ਹੋਰਾਂ ਜਦੋਂ ਵੇਖਿਆ, ਉਹਨਾਂ ਇਸ ਗੱਲ ਦਾ ਬੜਾ ਵਿਰੋਧ ਕੀਤਾ। ਉਹ ਕਹਿਣ ਲੱਗੇ ਜੋ ਮਰਜ਼ੀ ਹੋ ਜਾਏ, ਆ ਮੇਰੇ ਹੱਥ ਵਿੱਚ ਤੇਗ ਆ, ਇਹ ਬਾਹਰ ਨਿਕਲੇਗੀ, ਪਰ ਮੈਂ ਜੋੜਾ ਨਹੀਂ ਇੱਥੇ ਅੰਦਰ ਆਉਣ ਦਿਆਂਗਾ। ਵਿਰੋਧ ਕੀਤਾ। ਗੋਰਾ ਬਹੁਤ ਗੁੱਸੇ 'ਚ, ਉਹ ਅੰਦਰ ਸਿਰਫ ਵੇਖ ਕੇ ਉਦਾਂ ਹੀ ਜੋੜਾ ਲੈ ਕੇ ਵਾਪਸ ਮੁੜ ਗਿਆ। ਸਿੰਘ ਸਾਹਿਬ ਹੋਰਾਂ ਅੰਦਰ ਨਾ ਆਉਣ ਦਿੱਤਾ। ਉਹਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਵੀ ਆਹ ਜਿਹੜਾ ਬੰਦਾ ਕੱਲ ਅਸੀਂ ਰੱਖਣ ਵਾਲੇ, ਕਿਉਂਕਿ ਪ੍ਰਬੰਧ ਰਿਹਾ ਗੋਰਿਆਂ ਕੋਲ ਬੜਾ ਚਿਰ, ਇਹ ਬੰਦਾ ਸਾਡੇ ਵਿਰੋਧ 'ਚ ਗੱਲ ਕਰਦਾ। ਉਹਨੇ ਕੁਝ ਲਫ਼ਜ਼ ਇੱਦਾਂ ਦੇ ਬੋਲੇ, ਚਲਿਆ ਗਿਆ। ਸਿੰਘ ਸਾਹਿਬ ਗਿਆਨੀ ਭਗਤ ਸਿੰਘ ਹੋਰੀ ਇੱਕ ਅਰਦਾਸ ਕਰਦੇ ਆ, ਗੁਰੂ ਰਾਮਦਾਸ ਮਹਾਰਾਜ, ਮੈਂ ਆਪਣੇ ਆਪ ਨੂੰ ਜ਼ਰੂਰ ਜਾਣਦਾ ਹਾਂ, ਤੇਰੀ ਇਸ ਗੱਦੀ ਦੇ ਮੈਂ ਕਾਬਲ ਨਹੀਂ। ਇਹ ਤੇਰੀ ਨਦਰ ਆ, ਤੇਰੀ ਰਹਿਮਤ ਆ, ਤੇਰੀ ਕਿਰਪਾ ਆ, ਤੂੰ ਮੈਨੂੰ ਚੁਣ ਲਿਆ। ਪਰ ਇੱਕ ਕਿਰਪਾ ਕਰੀ, ਤੇਰੇ ਦਰ ਦੀਆਂ ਰਹਿਮਤਾਂ ਸਦੀਵੀ ਵਰਤਦੀਆਂ। ਸਤਿਗੁਰੂ ਇਸ ਬੰਦੇ ਨੇ ਤੇਰੇ ਦਰ ਘਰ ਦੀ ਮਰਿਆਦਾ ਵਿੱਚ ਖਲਲ ਪਾਉਣ ਦਾ ਯਤਨ ਕੀਤਾ ਹੈ। ਬਾਕੀ ਤੂੰ ਜਾਣੇ ਤੇ ਇਹ ਜਾਣੇ, ਮੈਂ ਤੇਰੇ ਤੋਂ ਬਿਨਾਂ ਮੇਰੀ ਨਾ ਕਿਤੇ ਚੱਲਦੀ ਹੈ, ਨਾ ਮੈਂ ਕਹਿ ਸਕਦਾ। ਵਾਇਸਰਾਏ ਲਾਹੌਰ ਗਿਆ। ਉਹਨੇ ਪ੍ਰਬੰਧਕਾਂ ਨੂੰ ਆਖਿਆ ਵੀ ਕਿੱਦਾਂ ਦਾ ਬੰਦਾ ਲੱਭਿਆ ਜੀ, ਮਾਫ ਕਰਿਓ ਸਾਡੇ 'ਚ ਚੱਲਦਾ ਆ ਜੀ, ਮਾੜੀ ਜੀ ਕੋਈ ਗੱਲ ਹੋ ਜੇ ਪ੍ਰਬੰਧਕ ਦਾ ਜ਼ੋਰ ਆ, ਮਿੰਟ ਲਾਉਂਦੇ ਜੀ ਬਦਲ ਦਿੰਦੇ। ਬੜੀ ਵਾਰੀ ਏਦਾਂ ਹੁੰਦਾ। ਉਹਨਾਂ ਛੁੱਟੀ ਕਰਤੀ ਜੀ ਸਿੰਘ ਸਾਹਿਬ ਦੀ, ਉਹਨਾਂ ਫਤਿਹ ਬੁਲਾਈ, ਘਰ ਚਲੇ ਗਏ। ਉਸੇ ਰਾਤ ਵਾਇਸਰਾਏ ਨੂੰ ਲਾਹੌਰ ਰਹਿੰਦਿਆਂ ਸੂਲ ਉੱਠਿਆ। ਬੜੇ ਸ਼ਾਹੀ ਵੈਦ ਡਾਕਟਰ ਸਨ ਉਹਨਾਂ ਕੋਲ, ਬੜੇ ਇਲਾਜ, ਬੜੇ ਇੰਜੈਕਸ਼ਨ ਦਿੱਤੇ, ਕੋਈ ਫਰਕ ਨਾ ਪਿਆ। ਜਦੋਂ ਸਵੇਰ ਤੱਕ ਰੋਂਦਿਆਂ ਲੰਘ ਗਈ ਨਾ, ਉਹਦੀ ਪਤਨੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਮੈਨੂੰ ਕਿਉਂ ਮਹਿਸੂਸ ਹੁੰਦਾ ਹੈ ਵੀ ਤੁਹਾਡੇ ਕੋਲੋਂ ਬੜੀ ਵੱਡੀ ਭੁੱਲ ਹੋਈ ਕੋਈ। ਯਾਦ ਕਰੋ ਜਿਹੜਾ ਦਿਨ ਲੰਘਿਆ ਕੋਈ ਗਲਤੀ ਤਾਂ ਨਹੀਂ ਕਰਕੇ ਆਏ। ਉਹ ਗੱਲ ਫਿਰ ਮੱਥਾ ਠਣਕਿਆ, ਕਹਿਣ ਲੱਗੇ ਮੈਨੂੰ ਇੱਦਾਂ ਲੱਗਦਾ ਆਹ ਕੰਮ ਹੋਇਆ, ਮੈਂ ਜੋੜਾ ਪਾ ਕੇ ਗੁਰੂ ਰਾਮਦਾਸ ਦੇ ਘਰ ਚਲਾ ਗਿਆ, ਮੈਨੂੰ ਰੋਕਿਆ ਪਰ ਮੈਂ ਰੁਕਿਆ ਨਹੀਂ। ਇੱਕ ਰੁਕਿਆ ਨਹੀਂ, ਦੂਜਾ ਜਿਹਨੇ ਮੈਨੂੰ ਰੋਕਿਆ ਉਹਨੂੰ ਮੈਂ ਹਟਾ ਆਇਆ। ਕਹਿਣ ਲੱਗੇ ਫਿਰ ਉਹਨੂੰ ਸੱਦੋ ਦੁਬਾਰਾ। ਗਿਆਨੀ ਭਗਤ ਸਿੰਘ ਹੋਰਾਂ ਨੂੰ ਸੱਦਿਆ, ਸੁਨੇਹਾ ਭੇਜਿਆ। ਉਹ ਕਹਿਣ ਲੱਗੇ ਮੈਂ ਨਹੀਂ ਆਉਣਾ, ਮੈਂ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਦਾ ਨਿਮਾਣਾ ਜਿਹਾ ਅਦਨਾ ਜਿਹਾ ਸੇਵਕ ਹਾਂ। ਬਖਸ਼ਣਾ ਹੋਇਆ ਉਹ ਬਖਸ਼ਣ ਵਾਲਾ ਹੈ, ਬੰਦਿਆਂ ਅੱਗੇ ਕਾਹਦਾ ਜਾਣਾ। ਉਹਨਾਂ ਫਿਰ ਹੋਰ ਸੇਵਾਦਾਰ ਭੇਜੇ ਵੀ ਤੁਹਾਡੀ ਕੋਈ ਗਲਤੀ ਨਹੀਂ, ਗਲਤੀ ਸਾਡੀ ਹੈ, ਬਸ ਇਹਨਾਂ ਕੋਲ ਆ ਕੇ ਅਰਦਾਸ ਕਰ ਦਿਓ, ਜੇ ਕਿਤੇ ਬਖਸ਼ਿਆ ਜਾਏ। ਸਿੱਖ ਆਪਣੇ ਗੁਰੂ ਵਰਗਾ ਨਿਰਭਉ ਹੈ, ਨਿਰਵੈਰ ਹੈ। ਸੰਗਤ ਦੇ ਕਹਿਣ ਤੇ ਸਿੰਘ ਸਾਹਿਬ ਗਏ। ਕਹਿਣ ਲੱਗੇ ਅਰਦਾਸ ਬਾਅਦ
ਪਹਿਲਾਂ ਇੱਥੇ ਲਿਖਤੀ ਰੱਖ, ਅੱਜ ਤੋਂ ਬਾਅਦ ਭਾਵੇਂ ਤੇਰੇ ਤੋਂ ਵੱਡਾ ਵੀ ਕੋਈ ਮੰਤਰੀ ਆ ਜਾਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਤੋਂ ਅੰਦਰ ਕਿਸੇ ਦੀ ਜੁੱਤੀ ਐਂਟਰ ਨਹੀਂ ਹੋ ਸਕਦੀ। ਇਹ ਲਿਖਤੀ ਰੂਪ ਚ ਬਿਆਨ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ, ਵਾਇਸਰਾਏ ਦਾ ਲਿਖਿਆ ਹੋਇਆ। ਤੇ ਯਾਦ ਰੱਖਿਓ, ਸਿੰਘ ਸਾਹਿਬ ਅਰਦਾਸ ਕਰਦੇ ਆ ਗੁਰੂ ਰਾਮਦਾਸ, ਤੇਰੀਆਂ ਰਹਿਮਤਾਂ ਵਰਤਣਗੀਆਂ ਤੇ ਸਭ ਕੁਝ ਠੀਕ ਹੋ ਜਾਏਗਾ। ਦੂਜੀ ਘਟਨਾ 30 ਅਗਸਤ ਸਨ 1777 ਦੀ ਹੈ, 1877 ਦੀ। ਲਾਚੀ ਬੇਰ ਦੇ ਲਾਗੇ ਸੁਨਹਿਰੀ ਪਲੇਟ ਦੇ ਉੱਤੇ ਇਹ ਬੋਲ ਲਿਖੇ ਹੋਏ, ਗੋਰਿਆਂ ਹੀ ਆ ਕੇ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਮੀਟਿੰਗ ਕੀਤੀ ਕਿ ਬੜੀ ਵੱਡੀ ਪੱਧਰ ਦੇ ਵਿੱਚ ਈਸਾਈ ਮਤ ਵੱਧ ਰਿਹਾ ਹੈ, ਅੰਮ੍ਰਿਤਸਰ ਕਿਸੇ ਚੀਜ਼ ਦੀ ਲੋੜ ਹੋਵੇ। ਈਸਾਈ ਪ੍ਰਚਾਰਕਾਂ ਇੱਕ ਗੱਲ ਕਹੀ, ਕਹਿਣ ਲੱਗੇ ਗਿਰਜਾ ਘਰ ਬਹੁਤ ਛੋਟਾ ਹੈ, ਬੜਾ ਛੋਟਾ ਹੈ ਗਿਰਜਾ ਘਰ। ਮੈਂ ਕਹਿੰਦਾ ਇਹਨੂੰ ਢਾਹ ਕੇ ਵੱਡਾ ਬਣਾ ਦਿਓ। ਇੱਕ ਪ੍ਰਚਾਰਕ ਇਹ ਬੋਲਦਾ, ਉਹ ਗੋਰਾ ਵਿਦਵਾਨ ਕਹਿਣ ਲੱਗਾ ਨਹੀਂ, ਕੀ ਲੋੜ ਹੈ, ਇਹਦਾ ਪ੍ਰਬੰਧ ਆਪਣੇ ਕੋਲ ਹੈ, ਸਿੱਖਾਂ ਕੋਲੋਂ ਪ੍ਰਬੰਧ ਆਪਾਂ ਲੈ ਲਿਆ, ਤੇ ਕਿਉਂ ਨਾ ਹੋਏ ਕੱਲ ਨੂੰ ਇਹਦੀ ਨਿਲਾਮੀ ਲਾਈਏ, ਆਪਾਂ ਇਹਨੂੰ ਮੁੱਲ ਖਰੀਦ ਕੇ ਇਹਨੂੰ ਗਿਰਜਾ ਘਰ ਵਿੱਚ ਤਬਦੀਲ ਕਰ ਦਿਆਂਗੇ। ਸਵੇਰ ਨੂੰ ਨਿਲਾਮੀ ਹੋਣੀ ਹੈ, ਪਰ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਿਆਂ ਇੱਕ ਵੱਡਾ ਸਾਰਾ ਗੋਲਾ, ਇਹ ਬੜੀ ਵਾਰੀ ਘਟਨਾ ਸੁਣੀ, ਇਹ ਉਦਣ ਦੀ ਘਟਨਾ ਹੈ ਜੀ ਜਿੱਦਣ ਨਿਲਾਮੀ ਹੁੰਦੀ ਹੈ। ਜਦੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਇਹ ਸੁਣਦੇ ਹੈ ਵੀ ਸੱਚੇ ਪਾਤਸ਼ਾਹ ਤੇਰੇ ਦਰ ਦੀ ਨਿਲਾਮੀ ਲੱਗ ਜਾ, ਇੱਕੋ ਹੀ ਅਰਦਾਸ ਹੈ, ਮਹਾਰਾਜ ਜਿੰਨੀ ਤੁਧ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਤੇਰੇ ਤੋਂ ਬਿਨਾਂ ਜਾਈਏ ਕਿੱਥੇ, ਕਹੀਏ ਕਿਹਨੂੰ। ਇੱਕ ਅਰਦਾਸ ਗੁਰੂ ਦੇ ਸਿੱਖਾਂ ਦੀ ਹੈ, ਮਹਾਰਾਜ ਕੋਈ ਰਹਿਮਤ ਕਰ, ਕੋਈ ਐਸੀ ਬਖਸ਼ਿਸ਼ ਵਰਤਾ। ਉਸੇ ਦਿਨ ਉਹ ਗੋਲਾ ਅੰਮ੍ਰਿਤ ਵੇਲੇ ਦੱਖਣੀ ਬਾਈ ਰਾਹੀਂ ਅੰਦਰ ਵੜਦਾ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨੀਵਾਂ ਹੋ ਕੇ ਬੜੇ ਜ਼ੋਰ ਨਾਲ ਫਟਦਾ। ਧਮਾਕਾ ਹੋਇਆ, ਪਰ ਨੁਕਸਾਨ ਕਿਸੇ ਦਾ ਨਹੀਂ। ਇੱਕ ਬਿਜਲੀ ਦੀ ਬਾਰ ਬਣ ਕੇ ਫਿਰ ਦੂਜੇ ਪਾਸੇ ਦੀ ਨਿਕਲ ਜਾਣਾ। ਹੱਥ ਜੁੜ ਗਏ ਸਾਰਿਆਂ ਦੇ ਵੀ ਅਸੀਂ ਇਹਨੂੰ ਆਮ ਇਨਸਾਨ ਆਮ ਥਾਂ ਸਮਝਦੇ ਸਾਂ, ਪਰ ਇੱਥੇ ਗੁਰੂ ਰਾਮਦਾਸ ਦੀ ਰਹਿਮਤ ਸਾਖਸ਼ਾਤ ਵਰਤਦੀ ਪਈ। ਜਿਹੜੇ ਗੁਰਮੁਖਾਂ ਉਹਨਾਂ ਦਰਾਂ ਦੀ ਸੇਵਾ ਨਿਭਾਈ, ਜਗ ਰਹਿੰਦੀ ਦੁਨੀਆ ਤੱਕ ਸਿਜਦਾ ਕਰਦਾ ਜੀ। ਸੱਚੇ ਪਾਤਸ਼ਾਹ ਕਹਿੰਦੇ ਆ ਅਸਲ ਵਿੱਚ ਮਰ ਜਾਣਾ ਉਹ ਆ ਜਿੱਥੇ ਅੰਦਰ ਉਹਦੀ ਯਾਦ ਵਸੀ ਹੋਈ। ਜਿਨ੍ਹਾਂ ਯਾਦ ਨੂੰ ਵਸਾਇਆ, ਜਿਹੜੇ ਦਰ ਦੇ ਨਾਲ ਜੁੜੇ ਰਹੇ, ਜਿਹੜੇ ਮੂਲ ਦੇ ਨਾਲੋਂ ਟੁੱਟੇ ਨਹੀਂ। ਜਿਹੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹੇ ਸਭ ਕੋਈ, ਸਹਜੇ ਮਰੇ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਹਿਆ ਭਰਮ ਰਹਿਆ ਪਰਮਾਨੰਦਾ। ਜਿਨ੍ਹਾਂ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਵਿੱਚ ਕੁਰਬਾਨ ਕਰ ਦਿੱਤਾ। ਤੀਸਰੀ ਮੌਤ ਸਤਿਗੁਰੂ ਨੇ ਆਖਿਆ ਉਹ ਜਿੱਦਣ ਜੀਂਦੇ ਜੀ ਪਰਮੇਸ਼ਰ ਦੀ ਯਾਦ ਭੁੱਲ ਜਾਏ, ਉਹ ਆਤਮਿਕ ਤੌਰ ਤੇ ਮਰੇ ਹੋਏ। ਚੌਥੀ ਮੌਤ ਜਿਹੜੀ ਸਿਰਫ ਸ਼ਹੀਦ ਨੂੰ ਆਉਂਦੀ ਹੈ, ਹੋਰ ਕਿਸੇ ਨੂੰ ਨਹੀਂ। ਉਸ ਤੇ ਮਹਾਰਾਜ ਨੇ ਮੋਹਰ ਲਾਈ, ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਖੀਆਂ ਦਰਗਾ ਪਾਵੇਂ ਸਾਚੀ ਮਾਂ। ਜਗਤ ਸਦਾ ਨਮਸਕਾਰ ਕਰਦਾ ਹੈ ਉਹਨਾਂ ਨੂੰ, ਸਭ ਜਗਤ ਕਰੇ ਨਮਸਕਾਰ, ਜਿਨ੍ਹਾਂ ਨੇ ਇਸ ਕਾਲ ਨੂੰ, ਇਸ ਬਖਸ਼ਿਸ਼ ਨੂੰ ਕਮਾਇਆ।
सतगुरु गुरु अमरदास साहब कहते आ, क्या जाना किव मरहेंगे कैसा मरना होए, जेकर साहिब मनो ना विसरै ता सहला मरना होए। मरने ते जगत डरै, जीविया लोड़ै सब कोई। जग डरदा मरण तो, मौत दा ते भै ऐसा। गुरु नानक साहब जदों 4 दुखों का जिक्र करते ना, एक दुख महाराज ने उहदे विच मौत नूं भी कहा, दुख विछोड़ा, एक दुख भूख, एक दुख सख्त वार जमदूत, एक दुख रोग लगे तन धाए वैद न भोले दारू लाए। मरने ते जगत डरे, शमशान घाट आम वसों तो दूर होने। हिंदूइज्म दे विच अज भी सब तो ज़्यादा पूजा शिव दी है। उहदा कारण ही यह है, एक संसारी, एक भंडारी, एक लाए दीवान। 3 देवतियां विचों 2 देवतियां दे मंदिर बहुत घट है, ब्रह्मा जी और विष्णु दे। ये मैथोलॉजी है, लिखत है भी सब तो ज़्यादा पूजा का कारण वे शिव मौत का पैगाम देंदे है। मौत दे भै करके सब तो ज़्यादा पूजा। मरने ते जगत डरे, जग डरदा पिया मरण तो। जीविया लोड़ै सब कोए, गुर प्रसादी जीवत मरै। हुक्मै बुझै सोए, गुरु की किरपा तो बिना कुछ भी नहीं। गुरु नानक साहब के घर विच सब कुछ, जिथे जाके समाप्ति होएगी ना, उथे एको लफ्ज होएगा गुर प्रसाद, गुरु की किरपा, क्योंकि उसकी रहमत तो बिना नहीं। जो कुछ है जिसनों मानिया जा सकता, जिसनों अजे मानना जां जो मान लिया गया, ओदी किरपा है, ओदी किरपा तो बिना नहीं। चाहे कोई गुरु का कीर्तनिया, चाहे कोई आम सिख है, चाहे कोई प्रचारक है, कुछ है, सिर्फ ओदी विचारधारा इत्थे आके रुकी है, महाराज तेरी किरपा नाल, तेरी किरपा तो बिना नहीं। अमृतमई बाणी नूं जदों वार वार पढ़ोगे, गुर प्रसाद की गल आएगी, कलगीधर पातशाह के बचनों नूं पढ़ोगे तब प्रसाद की गल आएगी भी तेरी किरपा है, तेरी किरपा तो बिना नहीं। गुर प्रसादी जीवत मरै, जींदे जी मर जाण तो भाव अपने आप नूं क्लोज कर लेना, इकट्ठियां कर लेना। अज जे उन्हां दी याद च जुड़े हैं ना, ये अरदास जरूर करियो, सच्चे पातशाह इस गल नूं समझ जाइए, साडा अंदरला जाग जाए। असी जरूर संसारी हाँ, साडे कर्म, साडे किते, साडा दुनिया का रहन सहन, पर इहदे विच एक गल बार बार याद रहे। बड़ी बारी मैनूं एक बोल फिर चेते आया, संत रेण ज्ञानी सुखबीर सिंह होरां दी पुस्तक है जी मौत दी कला। उहदे च ना एक बड़ी प्यारी उन्हां विचार लिखी भी एक गुरमुख साधु रब्बी जन कोई महापुरुष जिथे भी जाया करे ना, वो वार वार एको गल जरूर संगत नूं कहे कि साध संगत जी होर जिंदगी नूं जिवें मर्जी जियो, पर कर्म नूं जरूर सोचियो भी साडे कोलों कदे कर्म ना माड़ा हो, कर्म ना माड़ा हो। वार वार कहंदे आ समा लंघिया। एक दिन किसी नौजवान ने पूछया भी बाबा जी सवाल है तुहानूं, तो कहन लगे बेटा दस। कहन लगे तुसी माड़े कर्म तो बच गए, तुसी किन्ने क माड़े कर्मां तो बचे हो जां करदे हो? वो कहन लगे पुत्र पहला जरूर मंद कर्मी सा, पर हुण नहीं। उन्हें सवाल दूजा किया भी हुण क्यों मंद कर्मी नहीं? कहन लगे इहदा जवाब अज नहीं फिर किते। 2 दिन 4 दिन लंघे, उन्हें फिर पूछ लिया, कहन लगे अज भी नहीं, फिर बह के गल करांगे। जदों तीजी चौथी वारी मोड़िया ना, नौजवान सी हस पिया, कहन लगे भी क्यों झूठ बोलते हो, दुनिया च इदां दा बंदा ही कोई नहीं जिहड़ा मंद कर्मी ना होवे।
ਉਹ ਮਹਾਂਪੁਰਸ਼ ਕਹਿਣ ਲੱਗੇ, ਪੁੱਤਰ ਦੱਸਣਾ ਮੈਂ ਤੈਨੂੰ ਅੱਜ ਵੀ ਨਹੀਂ ਸੀ, ਪਰ ਅੱਜ ਤਾਂ ਦੱਸਣ ਲੱਗਾ ਆ। ਜਿੰਨੀ ਕੁ ਮੈਨੂੰ ਮਾਤ ਨੇ ਸੋਝੀ ਦਿੱਤੀ ਆ, ਤੇਰੀ ਜ਼ਿੰਦਗੀ ਦਾ ਅੱਜ ਦਾ ਦਿਨ ਆਖਰੀ ਆ। ਤੈਨੂੰ ਕੱਲ ਦਾ ਸੂਰਜ ਦਿਸਣਾ ਨਸੀਬ ਨਹੀਂ ਹੋਣਾ। ਇੰਨੇ ਕੁ ਪਲ ਆ ਤੇਰੇ ਕੋਲ, ਜਾ ਜਾ ਕੇ ਜ਼ਿੰਦਗੀ ਨੂੰ ਮਾਣ ਲਾ ਜੋ ਮਾਣਿਆ ਜਾ ਸਕਦਾ। ਹੁਣ ਜਦੋਂ ਇਹ ਗੱਲ ਸੁਣੀ ਵੀ ਮੈਂ ਮਰ ਜਾਣਾ, ਉਹ ਕਹਿਣ ਲੱਗੇ, ਪੁੱਤਰ ਇਹ ਸੱਚ ਹੈ, ਇੰਨੀ ਕੁ ਮੇਰੀ ਮਾਲਕ ਨਾਲ ਸਾਂਝ ਏ, ਉਹਨੇ ਦੱਸ ਦਿੱਤਾ ਵੀ ਤੇਰੀ ਇੰਨੀ ਕੁ ਜ਼ਿੰਦਗੀ ਹੈ। ਘਰ ਗਿਆ, ਜਾ ਕੇ ਦੱਸਿਆ ਮਾਪਿਆਂ ਨੂੰ, ਹੈਰਾਨ ਹੋ ਗਏ ਵੀ ਮਹਾਂਪੁਰਸ਼ ਤੇ ਜੋ ਕਹਿੰਦੇ ਉਹੀ ਸੱਚ ਹੈ। ਸੁਭਾਵਕ ਸੀ, ਘਰੇ ਸਾਰੇ ਰੋਣ ਲੱਗ ਪਏ। ਬਹਿ ਗਏ ਸਾਰੇ, ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ। ਅੰਮ੍ਰਿਤ ਵੇਲਾ ਹੋਇਆ ਤੇ ਉਹ ਮਹਾਂਪੁਰਸ਼ ਫਿਰ ਉਹਨਾਂ ਦੇ ਘਰ ਚਲੇ ਗਏ। ਕਹਿਣ ਲੱਗੇ, ਪੁੱਤਰ ਤੇਰੇ ਵਿੱਚ ਤੇ ਮੌਤ 'ਚ ਬਹੁਤ ਥੋੜਾ ਜਿਹਾ ਵਿਛੋੜ, ਬਸ ਤੂੰ ਪਲ ਗਿਣਨੇ ਸ਼ੁਰੂ ਕਰ, ਮੌਤ ਆਈ ਲੈ। ਪਰ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਣਾ ਹੈ ਵੀ ਮੈਂ ਮੰਦ ਕਰਮੀ ਕਿਉਂ ਨਹੀਂ। ਉਹ ਹੱਥ ਜੋੜ ਕੇ ਕਹਿੰਦਾ, ਜੀ ਮੈਂ ਨਹੀਂ ਪੁੱਛਣਾ। ਉਹ ਸਾਧੂ ਮੁਸਕਰਾ ਕੇ ਕਹਿੰਦਾ, ਪੁੱਤਰਾ ਤੂੰ ਮਰਨਾ ਨਹੀਂ ਹੈ। ਬਹਿ ਉੱਠ ਕੇ, ਕਿਉਂ ਘਬਰਾ ਗਿਆ? ਉਹ ਕਹਿਣ ਲੱਗਾ, ਹੱਦ ਹੋ ਗਈ, ਜੇ ਮਰਨਾ ਨਹੀਂ ਤਾਂ ਏਡਾ ਕੋਝਾ ਮਜ਼ਾਕ ਕਿਉਂ? ਆਖਿਆ, ਇਹ ਮਜ਼ਾਕ ਨਹੀਂ ਹੈ, ਇਹ ਬਾਣੀ ਦੇ ਅਰਥ ਕਰਕੇ ਤੈਨੂੰ ਸੁਣਾਏ, ਤੇਰੇ ਸਵਾਲ ਦਾ ਜਵਾਬ ਹੈ। ਇਹ ਦੱਸ, ਜਦੋਂ ਤੋਂ ਇਹ ਪਤਾ ਲੱਗਾ ਵੀ ਮੈਂ ਮਰ ਜਾਣਾ ਹੈ, ਕਿੰਨੇ ਕੁ ਮੰਦ ਕਰਮ ਕੀਤੇ ਜੇ, ਕਿੰਨੀਆਂ ਕੁ ਆਤਮਾਵਾਂ ਨੂੰ ਵਲੂੰਧ ਰਿਹਾ। ਕਹਿਣ ਲੱਗਾ, ਜੀ ਮੰਦ ਕਰਮ ਕਰਨ ਦੀ ਤੇ ਗੱਲ ਦੂਰ, ਮੈਂ ਤੇ ਸੋਚਿਆ ਵੀ ਨਹੀਂ। ਇੱਕੋ ਹੀ ਗੱਲ ਵਾਰ-ਵਾਰ ਚੱਲਦੀ ਸੀ, ਮੈਂ ਮਰ ਜਾਣਾ। ਉਹਨਾਂ ਆਖਿਆ, ਇਹ ਬਚਨ ਗੁਰੂ ਨਾਨਕ ਸਾਹਿਬ ਸਾਨੂੰ ਅਕਸਰ ਕਹਿੰਦੇ ਆ, ਅਕਸਰ ਬਚਨ ਸਾਡੀ ਝੋਲੀ ਪਾਉਂਦੇ ਆ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਸੁਣਿਆ ਤੇ ਸਾਰਿਆਂ ਹੀ ਬੜੀ ਵਾਰੀ, ਮੈਂ ਵੀ ਸੁਣਿਆ, ਸਾਰਿਆਂ ਸੁਣਿਆ। ਪਰ ਪਿਆਰਿਓ, ਜਿੱਦਣ ਇਹ ਜਾਣ ਲਿਆ ਨਾ, ਤਿਆਰੀ ਸ਼ੁਰੂ ਕਰਨੀ ਕਰ ਦਿੱਤੀ। ਸੱਚੀ ਗੱਲ ਆ, ਜਿੰਨੇ ਝਗੜੇ ਆ ਨਾ, ਲੜਾਈਆਂ ਆ, ਸਾਡੇ ਰੋਸੇ ਆ, ਈਰਖਾ ਆ, ਦੁਆਇਸ਼ ਆ, ਇੱਕ ਦੂਜੇ ਨਾਲ ਲਾਗਤਬਾਜੀ, ਸਭ ਕੁਝ ਮੁੱਕ ਜਾਣਾ ਉਦੋਂ ਜਿੱਦਣ ਇਹ ਪਤਾ ਲੱਗ ਗਿਆ ਵੀ ਤਿਆਰੀ ਸ਼ੁਰੂ ਕਰ ਦਈ। ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੁਝੈ, ਸੋਏ ਨਾਨਕ ਐਸੀ ਮਰਣੀ ਜੋ ਮਰੈ, ਤਾਂ ਸਦ ਜੀਵਨ ਹੋਏ। ਕੀ ਇਹ ਗੁਰਮੁਖ ਜਿਹੜੇ ਚਲੇ ਗਏ, ਕੀ ਇਹਨਾਂ ਨੂੰ ਕੋਈ ਨਹੀਂ ਯਾਦ ਕਰੇਗਾ? ਰਹਿੰਦੀ ਦੁਨੀਆ ਤੱਕ ਇਹ ਆਵਾਜ਼ਾਂ ਦੁਨੀਆ ਵਿੱਚ ਗੂੰਜਦੀਆਂ ਰਹਿਣਗੀਆਂ। ਮਸਕੀਨ ਸਾਹਿਬ ਸਰੀਰ ਕਰਕੇ ਕੋਲ ਨਹੀਂ, ਪਰ ਹਰ ਬੰਦਾ ਅੱਜ ਵੀ ਉਹਨਾਂ ਦੇ ਬੋਲਾਂ ਨੂੰ ਸੁਣਦਾ ਪਿਆ। ਜਿੰਨੀਆਂ ਗੁਰਮੁਖ ਰੂਹਾਂ ਚਲੀਆਂ ਗਈਆਂ, ਮਾਣਦਾ ਹਰ ਕੋਈ ਉਹਨਾਂ ਨੂੰ ਆ। ਸਰੀਰ ਕਰਕੇ ਤੇ ਗੁਰੂ ਸਾਹਿਬ ਵੀ ਸਾਡੇ ਕੋਲ ਨਹੀਂ, ਪਰ ਬਚਨਾ ਕਰਕੇ ਉਹਨਾਂ ਦੀਆਂ ਰਹਿਮਤਾਂ ਸਦਾ ਜੁਗੋ ਜੁਗ ਅਟਾਲਿਆ। ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ, ਸੱਚ ਆ, ਉਹ ਵੀ ਜੁਗੋ ਜੁਗ ਅਟਲ ਹੋ ਜਾਂਦੇ ਆ। ਸਰੀਰ ਤੇ ਸਦੀਵੀ ਨਹੀਂ, ਇਹ ਤੇ ਆਉਣਾ ਹੈ ਤੇ ਚਲੇ ਜਾਣਾ ਹੈ, ਪਰ ਗੁਰੂ ਦੀ ਰਹਿਮਤ ਤੇ ਗੁਰੂ ਦੀ ਅਸੀਸ ਸਦਾ ਜਿਉਂਦੀ ਆ। ਭਾਗਾਂ ਵਾਲੇ ਉਹ ਆਪ ਜੀ, ਸਤਿਕਾਰਯੋਗ ਸਮੂਹ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਮਾਣ ਬਖਸ਼ਿਸ਼ ਕੀਤਾ ਹੈ, ਉਹਨਾਂ ਗੁਰਮੁਖ ਰੂਹਾਂ ਨੂੰ, ਰੱਬੀ ਗੁਰਮੁਖ ਪਿਆਰਿਆਂ ਨੂੰ ਚੇਤੇ ਕੀਤਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ। ਵਿਚਾਰਾਂ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹੈ। ਮਹਾਰਾਜ ਔਰ ਸਾਧ ਸੰਗਤ ਬਖਸ਼ਣਹਾਰੀ ਹੈ, ਬਖਸ਼ ਦੇਣਾ। ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਧਾਨ ਜੀ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਹੋਰਾਂ ਦਾ, ਸਰਦਾਰ ਜਰਨੈਲ ਸਿੰਘ ਜੀ ਹੋਰਾਂ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।